ਮੈਨੂੰ ਲੱਗਦਾ ਜੀ ਕਿ ਨੁਕਸਾਨ ਹੋਇਆ ਸਾਨੂੰ ਕਾਫੀ ਚੀਜ਼ਾਂ ਦਾ ਨੁਕਸਾਨ ਹੋਇਆ ਜਿਹਦੇ ਵਿੱਚੋਂ ਇੱਕ ਮੈਨੂੰ ਲੱਗਦਾ ਕਿ ਆਪਸ ਦੀ ਜਿਹੜੀ ਧੜੇਬਾਜ਼ੀ ਸੀ ਉਹਦਾ ਵੀ ਸਾਨੂੰ ਨੁਕਸਾਨ ਹੋਇਆ। ਤਾਂ ਮੈਨੂੰ ਲੱਗਦਾ ਕਿ ਅਗਰ ਅਸੀਂ ਆਪਦਾ ਘਰ ਠੀਕ ਕਰ ਲਿਆ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਮੁੜ ਦੁਬਾਰਾ ਸੱਤਾ ਸਰਕਾਰ 'ਚ ਵਾਪਸ ਆਉਣ ਤੋਂ ਰੋਕ ਨਹੀਂ ਸਕਦੀ। ਫਿਰ ਅਸੀਂ ਸੈਂਟਰ ਸਰਕਾਰ ਤੇ ਇਹ ਗੱਲ ਦਾ ਇਲਜ਼ਾਮ ਲਾਉਣੇ ਆ ਕਿ ਉਹ ਦਖਲ ਅੰਦਾਜ਼ੀ ਕਰਦੇ ਆ। ਨਾਲ ਹੀ ਨਾਲ ਇੱਕ ਹੋਰ ਵੱਡੀ ਘਟਨਾ ਹੋਈ ਜਿਹੜੀ ਕੇਜਰੀਵਾਲ ਸਾਹਿਬ ਨੇ ਆਪਦੇ ਕੋਲੇ ਉੱਥੇ ਸੱਦ ਕੇ ਬਿਊਰੋਕ੍ਰੇਸੀ ਦੀ ਮੀਟਿੰਗ ਕੀਤੀ ਵਿਦਆਊਟ ਮੁੱਖ ਮੰਤਰੀ, ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਫਿਰ ਜਾਣਗੇ। ਕੇਜਰੀਵਾਲ ਸਾਹਿਬ ਕਨਵੀਨੀਅਰ ਹੈ, ਮੁੱਖ ਮੰਤਰੀ ਸਾਹਿਬ ਨੂੰ ਸੱਦ ਸਕਦੇ ਆ, ਇੰਸਟਰਕਸ਼ਨ ਦੇ ਸਕਦੇ ਆ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ। ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਇੰਸਟਰਕਸ਼ਨ ਉੱਥੇ ਲੈ ਕੇ ਆਉਣ, ਨਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿੱਧੇ ਅਧਿਕਾਰੀਆਂ ਨੂੰ ਬੁਲਾ ਕੇ ਜਿਹੜਾ ਸਾਡਾ ਸੰਵਿਧਾਨ ਹੈ ਜਾਂ ਸਾਡੇ ਸਿਸਟਮ ਦੀ ਉਲੰਘਣਾ ਨਾ ਕਰਨ। ਲੋਕ ਮਹਿਸੂਸ ਕਰਨਗੇ ਕਿਉਂਕਿ ਪੰਜਾਬੀ ਇਹ ਨਹੀਂ ਮੰਨਦਾ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਚੇਤਾਵਨੀ, ਪਾਰਟੀ ਤੋੜਨ ਵਾਲਿਆਂ ਨੂੰ ਨਹੀਂ ਕਰਾਂਗਾ ਬਰਦਾਸ਼ਤ। ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਤੇ ਸਵਾਲ ਪੁੱਛਣ ਤੇ ਰਾਜਾ ਵੜਿੰਗ ਨੇ ਟਾਲਿਆ ਸਵਾਲ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਜਲਦੀ ਸੱਤਾ ਵਿੱਚ ਵਾਪਸੀ ਕਰਾਂਗੇ। ਉਹਨਾਂ ਕਿਹਾ ਕਿ ਸਾਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਪਾਰਟੀ ਅੰਦਰੂਨੀ ਧੜੇਬੰਦੀ ਕਾਰਨ ਸਾਨੂੰ ਸੱਤਾ ਤੋਂ ਬਾਹਰ ਹੋਣਾ ਪਿਆ। ਮੈਂ ਇਹ ਕਹਿਣਾ ਚਾਹਾਂਗਾ ਕਿ ਚੀਜ਼ਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਰੱਖਣਾ ਚਾਹੀਦਾ ਹੈ, ਨਾ ਕਿ ਲੋਕਾਂ ਵਿੱਚ ਪ੍ਰਚਾਰਿਆ ਜਾਣਾ ਚਾਹੀਦਾ ਹੈ। ਇਹ ਕਮਜ਼ੋਰੀਆਂ ਦੂਰ ਹੁੰਦੇ ਹੀ ਅਸੀਂ ਸੱਤਾ ਵਿੱਚ ਵਾਪਸ ਆਵਾਂਗੇ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕਾਂਗਰਸ ਨੂੰ ਕਮਜ਼ੋਰ ਨਾ ਕੀਤਾ ਜਾਵੇ। ਇਸ ਪਾਰਟੀ ਦੇ ਪਿੱਛੇ ਹਜ਼ਾਰਾਂ ਲੋਕਾਂ ਦੇ ਦਿਲ ਧੜਕਦੇ ਨੇ। ਨੌਜਵਾਨ ਇਸ ਪਾਰਟੀ ਨੂੰ ਆਪਣਾ ਭਵਿੱਖ ਸਮਝਦੇ ਨੇ। ਇਸ ਪਾਰਟੀ ਨੂੰ ਤੋੜਨ ਦੀ ਗੱਲ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮੈਂ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਆਸ਼ੀਰਵਾਦ ਲਵਾਂਗਾ ਅਤੇ ਉਹਨਾਂ ਦੇ ਤਜਰਬੇ ਤੋਂ ਸਿੱਖਾਂਗਾ। ਉਸਨੇ ਗੰਭੀਰ ਹਾਲਾਤਾਂ ਵਿੱਚ ਕਾਂਗਰਸ ਨੂੰ ਕਿਵੇਂ ਖੜਾ ਕੀਤਾ, ਇਸ ਨੂੰ ਲਾਗੂ ਕੀਤਾ ਜਾਏਗਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਬਾਰੇ ਪੁੱਛਣ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਕੋਈ ਹੋਰ ਜ਼ਰੂਰੀ ਕੰਮ ਹੋਵੇ ਜਿਸ ਕਾਰਨ ਉਹ ਨਹੀਂ ਪਹੁੰਚ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨਵਜੋਤ ਕੌਰ ਸਿੱਧੂ ਦੀ ਹਾਲਤ ਬਿਮਾਰ ਚੱਲ ਰਹੀ ਹੈ, ਉਸ ਦਾ ਹਾਲ ਚਾਲ ਜਾਣਨ ਵੀ ਰਾਜਾ ਵੜਿੰਗ ਉਸ ਦੇ ਘਰ ਜਾਣਗੇ। ਗੁਰੂ ਰਾਮਦਾਸ ਜੀ ਦੀ ਅੱਜ ਨਗਰੀ ਦੇ ਵਿੱਚ ਆਇਆ ਸੀ ਬੰਦ ਤੋਂ ਬਾਅਦ। ਸਵੇਰ ਨਤਮਸਤਕ ਹੋਏ ਅਸੀਂ ਹਰਿਮੰਦਰ ਸਾਹਿਬ ਜਾ ਕੇ, ਤੇ ਹੁਣ ਮੈਂ ਸਾਡੇ ਲੀਡਰ ਸਾਹਿਬਾਨ ਓਮ ਪ੍ਰਕਾਸ਼ ਜੀ ਸੋਨੀ ਸਾਹਿਬ, ਜਿਨ੍ਹਾਂ ਦਾ ਬਹੁਤ ਤਜਰਬਾ ਹੈ ਜ਼ਿੰਦਗੀ ਦਾ ਔਰ ਸਿਆਸਤ ਦੇ ਵਿੱਚ, ਸਾਡੀ ਉਨੀ ਉਮਰ ਨਹੀਂ ਹੈ ਜਿੰਨਾ ਤਜਰਬਾ ਹੈ, ਸੋ ਉਹਨਾਂ ਕੋਲੇ ਆਸ਼ੀਰਵਾਦ ਲੈਣ ਵਾਸਤੇ, ਉਹਨਾਂ ਦੀਆਂ ਬਲੇਸਿੰਗਸ ਲੈਣ ਵਾਸਤੇ ਇੱਥੇ ਪਹੁੰਚੇ। ਸੋ ਮੈਨੂੰ ਉਮੀਦ ਹੈ ਕਿ ਇਹਨਾਂ ਦੀਆਂ ਬਲੇਸਿੰਗਸ ਦੇ ਨਾਲ ਜਿਹੜਾ ਇਹ ਔਖਾ ਸਮਾਂ ਹੈ ਇਹਨੂੰ ਅਸੀਂ ਸੌਖਾ ਬਣਾ ਲਾਂਗੇ, ਸੌਖਾ ਕਰ ਲਾਂਗੇ। ਸਿੱਧੂ ਸਾਹਿਬ ਨੂੰ ਮਿਲਾਏ ਹੋ? ਨਹੀਂ ਜੀ, ਮੈਂ ਸਿੱਧੂ ਸਾਹਿਬ ਨੂੰ ਟੈਲੀਫੋਨ ਕੀਤਾ ਸੀਗਾ, ਪਰ ਉਹ ਪਤਾ ਲੱਗਿਆ, ਉਹਨਾਂ ਨੇ ਦੱਸਿਆ ਕਿ ਉਹ ਅੱਜ ਸਮਰਾਲੇ ਜਾ ਰਹੇ ਨੇ, ਉੱਥੇ ਸਰਦਾਰ ਅਮਰੀਕ ਸਿੰਘ ਜੀ ਦੇ, ਇਸ ਕਰਕੇ ਮੇਰਾ ਜਾਣਾ ਨਹੀਂ ਹੋਇਆ। ਸੋ ਮੈਂ ਡਿਊਟੀ ਲਾਈ ਹੈ, ਜੇ ਮੈਡਮ ਦੀ ਉਹਨਾਂ ਦੀ ਤਬੀਅਤ ਠੀਕ ਹੋਈ, ਉਹ ਮਿਲਣਯੋਗ ਹੋਏ ਤਾਂ ਉਹਨਾਂ ਕੋਲ ਜ਼ਰੂਰ ਹਾਜ਼ਰੀ ਲਾ ਕੇ ਆਵਾਂ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਹੈ ਹੁਣ ਇਕਜੁੱਟ ਦਿਖਾਈ ਦੇਵੇਗੀ। ਇਸ ਦਾ ਕਾਰਨ ਮੈਂ ਤਾਂ ਪੁੱਛ ਰਿਹਾ ਕਿਉਂਕਿ 2022 ਦੇ ਵਿੱਚ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪਿਆ ਹੈ। ਹਾਂਜੀ, ਮੈਨੂੰ ਲੱਗਦਾ ਜੀ ਕਿ ਨੁਕਸਾਨ ਹੋਇਆ ਸਾਨੂੰ, ਕਾਫੀ ਚੀਜ਼ਾਂ ਦਾ ਨੁਕਸਾਨ ਹੋਇਆ ਜਿਹਦੇ ਵਿੱਚੋਂ ਇੱਕ ਮੈਨੂੰ ਲੱਗਦਾ ਕਿ ਆਪਸ ਦੀ ਜਿਹੜੀ ਧੜੇਬਾਜ਼ੀ ਸੀ ਉਹਦਾ ਵੀ ਸਾਨੂੰ ਨੁਕਸਾਨ ਹੋਇਆ। ਕੋਸ਼ਿਸ਼ ਕਰਾਂਗਾ, ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਹਰ ਤਰੀਕੇ ਦੇ ਨਾਲ ਪ੍ਰਧਾਨਗੀ ਇੱਕ ਪਾਸੇ ਛੱਡ ਕੇ ਆਪਦੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਖੂਨ ਪਸੀਨਾ ਆਪਦਾ ਇੱਕ ਕੀਤਾ, ਕਈ ਸਾਲ ਦਿੱਤੇ ਹੈ, ਆਪਦੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂ। ਜੇ ਕਿਸੇ ਦੇ ਗੁੱਸੇ ਗਿਲੇ ਵੀ ਨੇ ਤਾਂ ਮੇਰਾ ਫਰਜ਼ ਬਣਦਾ ਹੈ, ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ, ਕਿ ਮੈਂ ਉਹਨਾਂ ਕੋਲੇ ਬੈਠ ਕੇ ਉਹਨਾਂ ਦੇ ਗਿਲੇ ਸ਼ਿਕਵੇ ਸੁਣਾ ਤੇ ਉਹਨਾਂ ਦੀ ਤਸੱਲੀ ਜਿਹੜੀ ਹੈ ਉਹ ਕਰਾ ਕੇ ਅਸੀਂ ਪਾਰਟੀ ਨੂੰ ਇਕਜੁੱਟ ਹੋ ਕੇ ਮਜ਼ਬੂਤ ਕਰੀਏ। ਸੋ ਮੈਨੂੰ ਲੱਗਦਾ ਕਿ ਅਗਰ ਅਸੀਂ ਆਪਦਾ ਘਰ ਠੀਕ ਕਰ ਲਿਆ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਮੁੜ ਦੁਬਾਰਾ ਸੱਤਾ ਸਰਕਾਰ 'ਚ ਵਾਪਸ ਆਉਣ ਤੋਂ ਰੋਕ ਨਹੀਂ ਸਕੇ।
ਵੜਿੰਗ ਸਾਹਿਬ ਕੱਲ ਐਲਾਨ ਕੀਤਾ ਜਾ ਸਕਦਾ ਬਿਜਲੀ ਸੰਬੰਧੀ ਭਗਵੰਤ ਮਾਨ ਦੀ ਸਰਕਾਰ ਨੂੰ 1 ਮਹੀਨਾ ਹੋ ਜਾਏਗਾ, ਕੀ ਕਹਿਣਾ ਚਾਹੁੰਦੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ ਆਮ ਆਦਮੀ ਪਾਰਟੀ So, ਨਾਲ 1 ਮਹੀਨੇ ਦੇ ਵਿੱਚ? ਦੇਖੋ ਮੈਂ ਉਹਨਾਂ ਤੇ ਕੋਈ ਸਵਾਲ ਨਹੀਂ ਚੱਕਣੇ ਚਾਹੁੰਦਾ, ਕਿਉਂਕਿ ਮੈਂ ਚਾਹੁੰਦਾ ਕਿ ਸਰਕਾਰ ਨੂੰ ਸਮਾਂ ਦਿੱਤਾ ਜਾਵੇ, 2-3 ਮਹੀਨੇ ਉਹਨਾਂ ਨੂੰ ਦਿੱਤੇ ਜਾਣ ਤੇ ਫਿਰ ਉਹਨਾਂ ਤੋਂ ਸਵਾਲ ਪੁੱਛੇ ਜਾਣ। ਲੇਕਿਨ 2-4 ਗੰਭੀਰ ਮੁੱਦੇ ਹੋਏ ਪਿਛਲੇ ਦਿਨਾਂ ਦੇ ਵਿੱਚ। ਇੱਕ ਤਾਂ ਗਵਰਨਰ ਸਾਹਿਬ ਦਾ ਇੱਥੇ ਸਰਹੱਦੀ ਇਲਾਕਿਆਂ ਦੇ ਵਿੱਚ ਦੌਰਾ ਕਰਨਾ, ਗਵਰਨਰ ਸਾਹਿਬ ਨੇ ਮੀਟਿੰਗ ਸੱਦ ਕੇ ਜਿਹੜਾ ਇੱਕ ਮੈਂ ਸਮਝਦਾ ਕਿ ਸੰਵਿਧਾਨ ਦੀ ਉਲੰਘਣਾ ਕੀਤੀ ਤੇ ਉਹਨੂੰ ਮੂਕ ਦਰਸ਼ਕ ਬਣ ਕੇ ਸਾਡੇ ਮੁੱਖ ਮੰਤਰੀ ਦੇਖਦੇ ਰਹੇ। ਗਵਰਨਰ ਸਾਹਿਬ ਮੁੱਖ ਮੰਤਰੀ ਨੂੰ ਸੱਦ ਸਕਦੇ ਲੇਕਿਨ ਪੁਲਿਸ ਨੂੰ ਸੱਦ ਕੇ ਮੀਟਿੰਗ ਨਹੀਂ ਲੈ ਸਕਦੇ। ਇੱਥੇ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ। ਅਗਰ ਮੈਂ ਉਹਨਾਂ ਦੀ ਥਾਂ ਤੇ ਹੁੰਦਾ ਤਾਂ ਮੈਂ ਗਵਰਨਰ ਸਾਹਿਬ ਦੀ ਮੀਟਿੰਗ 'ਚ ਨਹੀਂ ਜਾਂਦਾ ਸੀ। ਕੁਝ ਸੇਧ ਲੈਣੀ ਚਾਹੀਦੀ ਹੈ ਮਮਤਾ ਬੈਨਰਜੀ ਤੋਂ। ਦੂਸਰਾ, ਅਗਰ ਅਸੀਂ ਸੈਂਟਰ ਸਰਕਾਰ ਤੇ ਇਹ ਗੱਲ ਦਾ ਇਲਜ਼ਾਮ ਲਾਉਣੇ ਆ ਕਿ ਉਹ ਦਖਲ ਅੰਦਾਜ਼ੀ ਕਰਦੇ ਹੈ, ਨਾਲ ਹੀ ਨਾਲ ਇੱਕ ਹੋਰ ਵੱਡੀ ਘਟਨਾ ਹੋਈ ਜਿਹੜੀ ਕੇਜਰੀਵਾਲ ਸਾਹਿਬ ਨੇ ਆਪਦੇ ਕੋਲੇ ਉੱਥੇ ਸੱਦ ਕੇ ਬਿਊਰੋਕ੍ਰੇਸੀ ਦੀ ਮੀਟਿੰਗ ਕੀਤੀ ਵਿਦਆਊਟ ਮੁੱਖ ਮੰਤਰੀ, ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਫਿਰ ਜਾਣਗੇ। ਕੇਜਰੀਵਾਲ ਸਾਹਿਬ ਕਨਵੀਨੀਅਰ ਹੈ, ਮੁੱਖ ਮੰਤਰੀ ਸਾਹਿਬ ਨੂੰ ਸੱਦ ਸਕਦੇ ਆ, ਇੰਸਟਰਕਸ਼ਨ ਦੇ ਸਕਦੇ ਆ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ। ਮੁੱਖ ਮੰਤਰੀ ਸਾਹਿਬ ਖੁਦ ਜਾ ਕੇ ਇੰਸਟਰਕਸ਼ਨ ਉੱਥੇ ਲੈ ਕੇ ਆਉਣ, ਨਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿੱਧੇ ਅਧਿਕਾਰੀਆਂ ਨੂੰ ਬੁਲਾ ਕੇ ਜਿਹੜਾ ਸਾਡਾ ਸੰਵਿਧਾਨ ਹੈ ਜਾਂ ਸਾਡੇ ਸਿਸਟਮ ਦੀ ਉਲੰਘਣਾ ਨਾ ਕਰਨ। ਲੋਕ ਮਹਿਸੂਸ ਕਰਨਗੇ, ਕਿਉਂਕਿ ਪੰਜਾਬੀ ਈਨ ਨਹੀਂ ਮੰਨਦਾ। ਬੇਸ਼ੱਕ ਕੁਛ ਵੀ ਦੇ ਦਿਓ ਤੁਸੀਂ, ਬੜੇ ਅਸੀਂ ਵੱਡੇ ਐਲਾਨ ਕੀਤੇ, ਬੜੀਆਂ ਸਹੂਲਤਾਂ ਦਿੱਤੀਆਂ, ਲੇਕਿਨ ਪੰਜਾਬੀ ਕਦੇ ਈਨ ਨਹੀਂ ਮੰਨਦੇ। ਤੇ ਸੋ ਪੰਜਾਬੀਆਂ ਨੂੰ ਜੇ ਤੁਸੀਂ ਥੱਲੇ ਲਾਉਣ ਦੀ ਗੱਲ ਕਰੋਗੇ ਪੰਜਾਬ ਦੇ ਲੋਕਾਂ ਨੂੰ, ਉਹ ਗੱਲ ਚੱਲਣੀ ਨਹੀਂ ਹੈ, ਚੰਗੀ ਨਹੀਂ ਹੈ। ਔਰ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਇਸ ਤਰ੍ਹਾਂ ਦੀ ਅੱਗੇ ਤੋਂ ਇਹ ਨਵੀਂ ਪਿਰਤ ਨਾ ਪਾਉਣ। ਜਿੱਥੋਂ ਤੱਕ ਤੁਸੀਂ ਕਿਹਾ ਯੂਨਿਟ ਬਿਜਲੀ ਦਾ, ਇਹ ਤਾਂ ਜਦੋਂ ਅਸੀਂ ਬੜੇ ਐਲਾਨ ਕੀਤੇ, ਅਸੀਂ 200 ਯੂਨਿਟ ਦਿੱਤੀ, ਅਸੀਂ ਪੁਰਾਣੇ ਏਰੀਆਜ਼ ਮਾਫ ਕੀਤੇ ਲੋਕਾਂ ਨੇ, ਅਸੀਂ ਰਾਸ਼ਨ ਲੋਕਾਂ ਨੂੰ ਦਿੱਤਾ, ਹੋਰ ਬੜੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦਿੱਤੀਆਂ, ਲੇਕਿਨ ਲੋਕਾਂ ਨੇ ਸਾਨੂੰ ਨਕਾਰਿਆ। ਇਕੱਲੀਆਂ ਸਹੂਲਤਾਂ ਨਾਲ ਨਹੀਂ, ਇਹ ਤਾਂ ਜਦੋਂ ਸਹੂਲਤ ਮਿਲੇਗੀ, ਹੁਣ ਉਹਨਾਂ ਦੀ ਜਿਹੜੀ ਸਹੂਲਤ ਹੈ ਗਰੰਟੀ ਹੈ, ਉਹ ਕਹਿੰਦੇ ਕਿ 300 ਯੂਨਿਟ ਦੇਵਾਂਗੇ, ਜਦਕਿ 200 ਅਸੀਂ ਦੇ ਰਹੇ ਹਾਂ। ਲੇਕਿਨ ਜਦੋਂ 300 ਤੋਂ ਪਾਰ ਹੋ ਜਾਏਗੀ ਇੱਕ ਯੂਨਿਟ ਵੀ, ਤਾਂ ਅਸੀਂ 300 ਦੇ ਪੈਸੇ ਲਾਵਾਂਗੇ, ਜਦਕਿ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ 200 ਯੂਨਿਟ ਦੇ ਪੈਸੇ ਭਾਵੇਂ ਉਹ 400 ਬਿਜਲੀ ਫੂਕ ਲੈਂਦਾ, ਉਹਨੂੰ 200 ਯੂਨਿਟ ਦੇ ਮਾਫ ਹੁੰਦੇ ਸੀ। ਦੂਜਾ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਜੋ ਰੇਟ ਸੋਨੀ ਸਾਹਿਬ ਹਰੀ ਛੱਡ ਕੇ ਗਏ ਨੇ ਬਿਜਲੀ ਦੇ, ਸਰਕਾਰ ਛੱਡ ਕੇ ਗਈ ਹੈ, ਜੋ ਛੋਟਾ ਅਸੀਂ ਦੇ ਕੇ ਗਏ ਨੇ ਜਿਹੜੀ ਕਾਂਗਰਸ ਦੀ ਸਰਕਾਰ ਸੀ, ਕਿਰਪਾ ਕਰਕੇ ਇਹ ਨਾ ਹੋਵੇ ਕਿ ਤੁਸੀਂ 300 ਯੂਨਿਟ ਤਾਂ ਮਾਫ ਕਰ ਦਿਓ, 100 ਯੂਨਿਟ ਐਕਸਟਰਾ, ਤੇ ਉਹ ਤਮਾਮ ਜਿਹੜਾ ਬੋਝ ਹੈ ਦੂਜੇ ਕੰਜ਼ਿਊਮਰ ਤੇ ਪਾ ਦੇਣ। ਉਹ ਰਵਾਇਤਾਂ ਜਿਹੜੀਆਂ ਉਹ ਅਸੀਂ ਰਿਆਇਤ ਦੇ ਕੇ ਗਏ ਹਾਂ, ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ। ਰਾਜਾ ਜੀ, ਜਿਹੜੇ ਗਵਰਨਰ ਦੀ ਗੱਲ ਕੀਤੀ, ਗਵਰਨਰ ਨੇ ਤੋਂ ਆ ਰਹੀ ਹੈ, ਅਸਲਾ ਬਰੂਦ ਵੀ ਆ ਰਿਹਾ, ਓਪਨਲੀ ਉਹਨਾਂ ਨੇ ਕਿਹਾ ਕਿ ਸਟੂਡੈਂਟ ਵੀ ਇਸ ਏਰੀਏ ਦੇ ਨਸ਼ਾ ਲੈ ਰਹੇ ਨੇ, ਔਰ ਸਰਕਾਰ ਨੂੰ ਉਹਨਾਂ ਨੇ ਇਸ ਨਾਲ ਕਿਤੇ ਨਾ ਕਿਤੇ ਚੈਲੰਜ ਕੀਤਾ। ਸੋ ਤੁਹਾਨੂੰ ਪੁੱਛਣਾ ਚਾਹੀਦਾ ਸੀ ਗਵਰਨਰ ਸਾਹਿਬ ਨੂੰ ਕਿ 8 ਸਾਲਾਂ ਦੀ ਤੁਹਾਡੀ ਵੀ ਬਹੁਤ ਦਖਲਅੰਦਾਜ਼ੀ ਨੇ, ਤੁਸੀਂ ਵੀ ਬਾਰਡਰ ਸਿਕਿਉਰਿਟੀ ਫੋਰਸਿਸ ਦਾ ਏਰੀਆ ਵਧਾ ਦਿੱਤਾ ਗਿਆ ਹੈ, ਇਹਨਾਂ ਚੀਜ਼ਾਂ ਤੇ ਤੁਹਾਡੀ ਵੀ ਪ੍ਰੋਪਰ ਮੁਕੰਮਲ ਜ਼ਿੰਮੇਵਾਰੀ ਬਣਦੀ ਹੈ, ਜਿੱਥੇ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹਾਂ, ਅਸੀਂ ਇਹ ਗੱਲ ਮੰਨਦੇ ਹਾਂ ਕਿ ਨਸ਼ਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ, ਇਹਦੇ ਤੇ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ, ਅਸੀਂ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਵੱਡੀ ਅੱਗ ਸੀ, ਅਸੀਂ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅਸੀਂ ਬੁਝਾ ਨਹੀਂ ਸਕੇ। ਉਮੀਦ ਕਰਾਂਗਾ ਕਿ ਹੁਣ ਸਰਕਾਰ, ਕਿਉਂਕਿ ਮੈਂਡੇਟ ਬਹੁਤ ਵੱਡਾ ਹੈ, ਮਿਲਿਆ 92 ਸੀਟਾਂ ਲੋਕਾਂ ਨੇ ਜਿਤਾ ਕੇ ਭੇਜਿਆ, ਲੋਕ ਬਦਲਾਅ ਚਾਹੁੰਦੇ ਸਨ, ਸਾਨੂੰ ਉਮੀਦ ਹੈ ਕਿ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਮ। ਰਾਜਾ ਜੀ, ਆਖਰੀ ਸਵਾਲ, ਇਨਕਲਾਬ ਦਾ ਝੰਡਾ ਚੁੱਕਣ ਵਾਲੀ ਆਮ ਆਦਮੀ ਪਾਰਟੀ ਪਰਸੋਂ ਅੰਮ੍ਰਿਤਸਰ ਹੋ ਕੇ ਵੀ ਭਗਵੰਤ ਸਿੰਘ ਮਾਨ ਜਿਹੜੇ ਨੇ ਜਲਿਆਂਵਾਲਾ ਬਾਗ ਨਹੀਂ ਜਾਂਦੇ, ਕੱਲ ਵਿਸਾਖੀ ਹੋ ਕੇ ਤੇ ਅੰਮ੍ਰਿਤਸਰ ਵੀ ਹੁੰਦੇ ਨੇ, ਪਰ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ। ਇਲਜ਼ਾਮ ਲੱਗਦੇ ਨੇ ਦਮਦਮਾ ਸਾਹਿਬ ਦੇ ਵਿੱਚ ਕਿ ਉਹ ਸ਼ਰਾਬ ਦਾ ਸੇਵਨ ਕਰਕੇ ਗਏ ਨੇ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਚਲੋ ਸਰ, ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਕੋਈ ਇਲਜ਼ਾਮਤ। ਪੰਜਾਬ ਦੇ ਲੋਕ ਸਭ ਜਾਣੂ ਹੈ, ਪੰਜਾਬ ਦੇ ਲੋਕ ਕੋਈ ਅਣਜਾਣ ਨਹੀਂ ਹੈ। ਦੂਸਰੀ ਗੱਲ, ਕਿਤੇ ਜਾਣਾ ਨਾ ਜਾਣਾ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ। ਮੈਂ ਹਮੇਸ਼ਾ ਕਹਿੰਦਾ, ਅੱਜ ਮੈਂ ਨਤਮਸਤਕ ਹੋ ਕੇ ਆਇਆ, ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਹੋ ਨਹੀਂ ਜਾਂਦੇ ਹੋ, ਇਹ ਮਹੱਤਵਪੂਰਨ ਨਹੀਂ ਹੈ। ਗੱਲ ਇਹ ਕਿ ਤੁਹਾਡੇ ਮਨ ਦੇ ਵਿੱਚ ਭਾਵਨਾ ਕੀ ਹੈ, ਤੁਸੀਂ ਕੀ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਉਹਨੂੰ ਮੰਨਦੇ ਹੋ,
ਭਗਤ ਸਿੰਘ ਦੀ ਪੱਗ ਨਾ ਬੰਨ੍ਹਣ ਨਾਲ ਭਗਤ ਸਿੰਘ ਨਹੀਂ ਬਣ ਜਾਣਾ। ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਣ ਨਾਲ ਭਗਤ ਸਿੰਘ ਨਹੀਂ ਬਣ ਸਕਣਾ। ਜੋ ਭਗਤ ਸਿੰਘ ਦੀ ਉਸ ਜਗ੍ਹਾ ਤੇ ਮਿੱਟੀ ਤੇ ਸਹੁੰ ਚੁੱਕਣ ਨਾਲ ਭਗਤ ਸਿੰਘ ਨਹੀਂ ਬਣ ਜਾਣਾ। ਭਗਤ ਸਿੰਘ ਵਾਸਤੇ ਇੱਕ ਨਵੀਂ ਸੋਚ ਪੈਦਾ ਕਰਨ ਦੀ ਲੋੜ ਹੈ। ਮੈਂ ਦੇਖਿਆ ਉਹਨਾਂ ਦੇ ਜਿਹੜੇ ਜਰਨਲ ਹੈਗੇ ਨੇ ਡਾਕਟਰ ਜਰਨਲ ਸ਼ੈਨਨ, ਉਹਨਾਂ ਨੇ ਲਿਖਿਆ ਸੀ ਕਿ ਸਾਨੂੰ ਉੱਥੇ ਸੱਦਿਆ ਗਿਆ ਲੇਕਿਨ ਸਾਡੀ ਕਿਸੇ ਨੇ ਪੁੱਛ ਨਹੀਂ ਕੀਤੀ। ਚੰਗਾ ਹੁੰਦਾ ਕਿਸੇ ਰਾਜ ਸਭਾ ਦਾ ਮੈਂਬਰ ਭਗਤ ਸਿੰਘ ਦੇ ਕਿਸੇ ਵਾਰਿਸ ਨੂੰ ਬਣਾਇਆ ਜਾਂਦਾ, ਚੰਗਾ ਹੁੰਦਾ ਨਹੀਂ। ਮੈਂ ਕਹਿੰਦਾ ਚੰਗਾ ਹੁੰਦਾ ਕਿਸੇ ਐਸੇ ਇਨਸਾਨ ਨੂੰ, ਗਰੀਬ ਨੂੰ। ਆਮ ਆਦਮੀ ਪਾਰਟੀ, ਸਾਨੂੰ ਤਾਂ ਲੋਕ ਕਹਿੰਦੇ ਇਹ ਅਮੀਰਾਂ ਦੀ ਪਾਰਟੀ ਹੈ, ਤਕੜਿਆਂ ਦੀ ਪਾਰਟੀ ਹੈ। ਕਿਸੇ ਸਫਾਈ ਕਰਮਚਾਰੀ ਨੂੰ ਦੇਸ਼ ਦੀ ਰਾਜ ਸਭਾ 'ਚ ਭੇਜਿਆ ਜਾਂਦਾ, ਪਤਾ ਲੱਗਦਾ ਉਹਨੂੰ ਕਿ ਮੈਂ ਕੱਲ ਝਾੜੂ ਮਾਰ ਰਿਹਾ ਤੇ ਸਵੇਰ ਮੈਨੂੰ ਰਾਜ ਸਭਾ ਨਿਯੁਕਤ ਕਰ ਦਿੱਤਾ ਰਿਹਾ। ਵੱਡੇ ਲੋਕਾਂ ਨੂੰ, ਲਵਲੀ ਯੂਨੀਵਰਸਿਟੀ ਵਾਲੇ ਚੰਗੇ ਲੋਕ ਹੈ ਲੇਕਿਨ ਵਪਾਰੀ ਲੋਕ ਨੇ। ਇਹ ਨਹੀਂ ਲੁਧਿਆਣੇ ਵਾਲਿਆਂ ਨੂੰ ਵਪਾਰੀ ਲੋਕ ਨੇ। ਕੋਈ ਐਸਾ ਚੰਗਾ ਸੁਨੇਹਾ ਨਹੀਂ, ਦੋ ਬਾਹਰਲੇ ਬਣਾ ਦਿੱਤੇ ਗਏ। ਸੋ ਭਗਤ ਸਿੰਘ, ਸ਼ਹੀਦ ਆਜਮ ਊਧਮ ਸਿੰਘ, ਲਾਲਾ ਲਾਜਪਤ ਰਾਏ, ਉਸ ਦਿਨ ਛੁੱਟੀ ਦਾ ਰੌਲਾ ਪਿਆ। ਮੈਨੂੰ ਕਹਿੰਦੇ ਮੈਂ ਛੁੱਟੀ ਕਰਤੀ ਭਗਤ ਸਿੰਘ। ਮੈਂ ਕਿਹਾ ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਛੁੱਟੀ ਨਾ ਕਰੋ, ਅੱਜ ਦੇ ਦਿਨ 2 ਘੰਟੇ ਮੁਲਾਜ਼ਮ ਵੱਧ ਕੰਮ ਕਰਨ। ਛੁੱਟੀਆਂ ਕਰਨ ਨਾਲ ਤਾਂ ਕੰਮ ਚੱਲਣਾ ਨਹੀਂ ਨਾ, ਫਿਰ ਤਾਂ ਛੁੱਟੀਆਂ ਦਾ ਦੇਸ਼ ਹੋ ਜਾਏਗਾ, ਛੁੱਟੀਆਂ ਦਾ। ਧੰਨਵਾਦ।